ਸਤਿ ਸ਼੍ਰੀ ਅਕਾਲ। ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਕਰਦੀ ਹਾਂ ਫਟਾਫਟ ਅੰਦਾਜ਼ ਦੇ ਵਿੱਚ। ਸਿੱਖ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸ਼ਿਵ ਸੈਨਾ ਦੇ ਕਾਗੂ ਰਾਹੁਲ ਸ਼ਰਮਾ ਤੇ ਉਸਦੇ ਹੋਰ ਸਾਥੀ ਨੇ ਸਿੱਖਾਂ ਦੇ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਕਿਹਾ ਕਿ ਸਿੱਖਾਂ ਨੂੰ ਘਰੋਂ ਕੱਢ ਕੇ ਮਾਰਨਾ ਹੈ। ਇਸ ਤੋਂ ਸਾਫ਼ ਹੈ ਕਿ ਬਹੁਗਿਣਤੀ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਦੀ ਸਿੱਖਾਂ ਨੂੰ ਕੁਚਲ ਦੇਣ ਦੀ ਭਾਵਨਾ ਪੈਦਾ ਹੋਈ ਹੈ, ਜਿਸ ਲਈ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਨੌਜਵਾਨਾਂ ਨੂੰ ਕਾਬੂ ਕਰ ਉਹਨਾਂ ਤੇ ਸ਼ਿਕੰਜਾ ਕੱਸਿਆ ਜਾਵੇ। ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਜਗਤ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਜਿੱਥੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ, ਉੱਥੇ ਗੁਰਦੁਆਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਮੇਤ ਸਮੁੱਚੇ ਗੁਰੂ ਘਰਾਂ ਨੂੰ ਸੁੰਦਰ, ਆਕਰਸ਼ਕ ਅਤੇ ਮਨਮੋਹਕ ਰੰਗ ਬਿਰੰਗੀਆਂ ਰੌਸ਼ਨੀਆਂ ਤੇ ਫੁੱਲਾਂ ਦੀਆਂ ਮਾਲਾਵਾਂ ਦੇ ਨਾਲ ਇੱਕ ਨਵਨਵੇਲੀ ਦੁਲਹਨ ਦੇ ਵਾਂਗ ਸਜਾਇਆ ਗਿਆ, ਜੋ ਖਿੱਚ ਦਾ ਮੁੱਖ ਕੇਂਦਰ ਬਣਿਆ ਹੋਇਆ। ਲੋਕ ਸਭਾ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਾਕਿਸਤਾਨ ਦਾ ਬਾਰਡਰ ਖੋਲ੍ਹਣ ਨਾਲ ਪੰਜਾਬ ਦੇ ਨਾਲ-ਨਾਲ ਸੰਗਰੂਰ ਨੂੰ ਵੀ ਵੱਡਾ ਫਾਇਦਾ ਹੋਵੇਗਾ, ਕਿਉਂਕਿ ਪਾਕਿਸਤਾਨ ਖੁਦ ਰੂਸ ਤੇ ਯੂਕਰੇਨ ਤੋਂ ਅਨਾਜ ਖਰੀਦ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਵਿੱਚ ਆਰਐਸਐਸ ਦਾ ਹੱਥ ਹੋ ਸਕਦਾ ਹੈ, ਕਿਉਂਕਿ ਇਹ ਜ਼ਾਹਿਰ ਦੀ ਗੱਲ ਹੈ ਕਿ ਚੋਣਾਂ ਵਿੱਚ ਫਾਇਦੇ ਲਈ ਏਜੰਸੀਆਂ ਅਜਿਹੇ ਕਤਲ ਕਰਵਾ ਦਿੰਦੀਆਂ ਨੇ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਨਵਾਂ ਗੀਤ ਵਾਰ ਅੱਜ ਗੁਰਪੁਰਬ ਦੇ ਸ਼ੁਭ ਮੌਕੇ ਤੇ ਰਿਲੀਜ਼ ਕੀਤਾ ਗਿਆ। ਸਿੱਧੂ ਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਰਿਲੀਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਐਸਵਾਈਐਲ ਗੀਤ ਰਿਲੀਜ਼ ਕੀਤਾ ਗਿਆ ਸੀ। ਸਿੱਧੂ ਵੱਲੋਂ ਹਰੀ ਸਿੰਘ ਨਲੂਆ ਤੇ ਵਾਰ ਗਾਈ ਗਈ, ਜਿਸ ਵਿੱਚ ਸਿੱਧੂ ਨੇ ਹਰੀ ਸਿੰਘ ਨਲੂਆ ਨੂੰ ਸਿੱਖ ਫੌਜਾਂ ਦੀ ਸ਼ਾਨ ਦੱਸਿਆ। ਗੀਤ ਵਿੱਚ ਹਰੀ ਸਿੰਘ ਨਲੂਆ ਦੀ ਵੀਰ ਗਾਥਾ ਨੂੰ ਬਿਆਨ ਕੀਤਾ ਗਿਆ। ਵਾਰ ਗੀਤ ਨੂੰ YouTube ਚੈਨਲ ਤੇ ਘੰਟੇ ਵਿੱਚ 1.8 ਮਿਲੀਅਨ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ। ਐਸਜੀਪੀਸੀ ਦੀਆਂ ਚੋਣਾਂ 9 ਨਵੰਬਰ ਨੂੰ ਨੇ। ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਨੇ ਜਲੰਧਰ 'ਚ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਪਾਰਟੀ ਉਹਨਾਂ ਐਸਜੀਪੀਸੀ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਅਕਾਲੀ ਦਲ ਨੇ ਮੈਨੂੰ ਆਪਣਾ ਉਮੀਦਵਾਰ ਬਣਾਇਆ। ਜਗੀਰ ਕੌਰ ਨੇ ਕਿਹਾ ਕਿ ਜੇਕਰ ਮੈਨੂੰ ਸੰਗਤਾਂ ਵੱਲੋਂ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਮੁੱਖ ਤੌਰ ਤੇ ਇਹ ਕਾਰਜ ਕਰਾਂਗੀ। ਅੰਮ੍ਰਿਤਸਰ ਦੇ ਥਾਣਾ ਛਰੇਟਾ ਦੇ ਇਲਾਕਾ ਹੇਤਰਾਮ ਕਲੋਨੀ ਵਿੱਚ ਦੇਰ ਸ਼ਾਮ ਇੱਕ ਘਰ ਦੇ ਬਾਹਰ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਗੋਲੀਆਂ 2 ਤੋਂ 3 ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਨੇ। ਘਰ ਦੇ ਮਾਲਕ ਬਾਹਰ ਸਮਾਨ ਲੈਣ ਲਈ ਗਏ ਹੋਏ ਸਨ। ਅਣਪਛਾਤੇ ਨੌਜਵਾਨਾਂ ਵੱਲੋਂ ਘਰ ਦੇ ਗੇਟ ਉੱਤੇ ਵੀ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਤੇ ਕੁਝ ਹਵਾਈ ਫਾਇਰ ਵੀ ਕੀਤੇ ਗਏ। ਪਰਿਵਾਰ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ, ਜਿਸ ਦੇ ਚੱਲਦੇ ਜਿੱਥੇ ਸੰਗਤਾਂ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ, ਉੱਥੇ ਹੀ ਰਸ ਭਿੰਨੀ ਬਾਣੀ ਦਾ ਆਨੰਦ ਮਾਣਿਆ ਗਿਆ ਤੇ ਗੁਰੂ ਘਰ ਹਾਜ਼ਰੀਆਂ ਪਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਪਰ ਕਿਸਾਨਾਂ ਵੱਲੋਂ ਲਗਾਤਾਰ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਆਉਂਦੇ ਪਿੰਡ ਰਾਊਕੇ ਨੇੜੇ ਦੇਖਣ ਨੂੰ ਮਿਲਿਆ, ਜਿੱਥੇ ਇੱਕ ਰਾਹਗੀਰ ਪਰਾਲੀ ਦੇ ਧੂਏ ਕਾਰਨ ਆਪਣੀ ਸਕੂਟਰੀ ਸਮੇਤ ਅੱਗ ਦੀ ਲਪੇਟ ਵਿੱਚ ਆ ਗਏ, ਜਿਸ ਵਿੱਚ ਸਕੂਟਰੀ ਬਿਲਕੁਲ ਸੜ ਕੇ ਸੁਆਹ ਹੋ ਗਈ ਤੇ ਰਾਹਗੀਰ ਦੇ ਹੱਥ ਵੀ ਸੜ ਗਏ। ਪੀੜਤ ਪਰਿਵਾਰ ਨੇ ਜਿੱਥੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ ਹੈ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ 'ਚ ਨਤਮਸਤਕ ਹੋ ਕੇ ਹਾਜ਼ਰੀ ਭਰੀ ਗਈ। ਇਸ ਮੌਕੇ ਤੇ ਸਮਾਪਤੀ ਅਰਦਾਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਜਮੇਰ ਸਿੰਘ ਵੱਲੋਂ ਕੀਤੀ ਗਈ। ਸਾਲ 2022 ਦਾ ਆਖਰੀ ਚੰਦ ਗ੍ਰਹਿਣ ਅੱਜ ਸ਼ਾਮ 5:29 ਤੇ ਸ਼ੁਰੂ ਹੋਵੇਗਾ ਤੇ 6:19 ਤੇ ਸਮਾਪਤ ਹੋਵੇਗਾ। ਇਸ ਦੇ ਚੱਲਦਿਆਂ 9 ਘੰਟੇ ਪਹਿਲਾਂ ਹੀ ਮੰਦਰਾਂ ਦੇ ਕਪਾਟ ਬੰਦ ਕਰ ਦਿੱਤੇ ਗਏ ਨੇ। ਪੰਡਿਤ ਰਵੀ ਸ਼ਾਸਤਰੀ ਨੇ ਦੱਸਿਆ ਕਿ ਮੰਦਰਾਂ ਦੇ ਕਪਾਟ ਸ਼ਾਮ 8 ਵਜੇ ਦੇ ਕਰੀਬ ਪ੍ਰਭੂ ਇਸ਼ਨਾਨ ਤੇ ਸ਼ਾਮ ਦੀ ਆਰਤੀ ਤੋਂ ਬਾਅਦ ਹੀ ਖੋਲੇ ਜਾਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਥ ਖਾਲੀ ਰਹਿਣਗੇ। ਹਾਲਾਂਕਿ ਇਹ ਪਾਰਟੀ ਪ੍ਰਤੱਖ ਤੌਰ ਤੇ ਧਾਰਮਿਕ ਮਾਮਲਿਆਂ ਵਿੱਚ ਨਹੀਂ ਪੈਂਦੀ, ਫਿਰ ਵੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ। ਆਮ ਆਦਮੀ ਪਾਰਟੀ ਕੋਲ ਇਸ ਵੇਲੇ ਸੂਬੇ 'ਚ ਕੋਈ ਵੀ ਪੰਥਕ ਨੇਤਾ ਨਹੀਂ ਹੈ ਜੋ ਅਕਾਲੀ ਦਲ ਦੀ ਧਾਰਮਿਕ ਸਿਆਸਤ 'ਚ ਘੁਸਪੈਠ ਕਰ ਸਕੇ। ਆਮ ਆਦਮੀ ਪਾਰਟੀ ਬੀਬੀ ਜਗੀਰ ਕੌਰ ਨੂੰ ਸਮਰਥਨ ਨਹੀਂ ਦੇ ਸਕਦੀ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਬੀਬੀ ਜਗੀਰ ਕੌਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਸਾਬਕਾ ਥਾਣੇਦਾਰਾਂ ਨੂੰ ਉਮਰ ਕੈਦ। ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 3 ਦਹਾਕੇ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੇ 2 ਸੇਵਾ ਮੁਕਤ ਅਫਸਰਾਂ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਤੇ ਐਸਆਈ ਜਗਤਾਰ ਸਿੰਘ ਨੂੰ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਜ਼ਾ ਦੇ ਨਾਲ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਸ ਮਾਮਲੇ ਵਿੱਚ ਨਾਮਜ਼ਦ 2 ਹੋਰ ਪੁਲਿਸ ਅਫਸਰਾਂ ਇੰਸਪੈਕਟਰ ਪੂਰਨ ਸਿੰਘ ਤੇ ਐਸਆਈ ਜਗੀਰ ਸਿੰਘ ਦੀ ਟ੍ਰਾਇਲ ਦੌਰਾਨ ਮੌਤ ਹੋ ਚੁੱਕੀ ਹੈ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਜਨਮ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਭਾਰਤ ਤੋਂ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ
देर रात पाकिस्तान की वाघा सरहद ते बैठे ने नेका श्रद्धालु वीडियो वायरल करके लंगर ते पानी की मांग कर रहे हैं। शिंगारा सिंह ने वीडियो वायरल करके भी दस्सिया कि भारतीय सिख श्रद्धालु सवेरे 5 बजे तो अपने घरों तो निकले हुए दोपहरे भारत तो पाकिस्तान पुजे ने, जिन्होंने रात 7 बजे तक का समा होने के बावजूद भी वाघा पाकिस्तान विखे ही बिठा के रखा है। प्रधानमंत्री नरेंद्र मोदी ने कहा कि उन्हों की सरकार ने सिख परंपरावां और विरासत को मजबूत करने लई लगातार यतन किए ने। पहले सिख गुरु नानक देव जी के 553वें प्रकाश पुरब को समर्पित कौमी घट गिनती कमिशन के प्रधान इकबाल सिंह लालपुरा के निवास स्थान से आयोजित समागम च शामिल हुए। इस दौरान उन्होंने अरदास विच भी शमूलियत की। अफ्रीकी देश तंजानिया च एक यात्री जहाज झील च हादसाग्रस्त हो गए। यात्रियों में जानी नुकसान होने का खदशा है। एक रिपोर्ट के अनुसार घटना तो बाद राहत ते बचाव कार्य तेजी नाल चल रहे हैं। झील में क्रैश होने वाला जहाज प्रिसीजन एयर कंपनी का सी। कंपनी के बयान मुताबिक यह व्यापारिक उड़ान सी जो विक्टोरिया झील च क्रैश हो गया। प्रिसीजन एयर के बुलारे ने दस्सिया कि जहाज बुकोबा हवाई अड्डे के नेड़े अफ्रीका की सब तो वड्डी झील में हादसाग्रस्त होया। भारत जोड़ो यात्रा की शुरुआत कांग्रेस के सीनियर नेता राहुल गांधी ने नंदेड़ जिले के गुरुद्वारा साहिब विच मत्था टेकन तो बाद पार्टी की भारत जोड़ो यात्रा की शुरुआत की। राहुल गांधी की अगुवाई विच तमिलनाडु के कन्याकुमारी तो 7 सितंबर को शुरू हुई भारत जोड़ो यात्रा का अज 62वां दिन है। तेलंगाना तो यात्रा महाराष्ट्र च दाखिल होने तो बाद कांग्रेस के संसद मैंबर ने सवेरे गुरु नानक देव जी के प्रकाश पुरब ते गुरुद्वारा यादवार बाबा जोरावर सिंह जी फतेह सिंह जी विखे मत्था टेकिया। पंजाब विच खेतां विच पराली साड़न दीआं वधदीआं घटनावां दरमियान पठानकोट सूबे दा इकलौता जिला बन के उभरिया जिथे इस सीजन विच हुण तक पराली साड़न दी एक भी घटना सामने नहीं आई है। खेतीबाड़ी विभाग के एक सीनियर अधिकारी ने दस्सिया कि जिहा जिला प्रशासन वालों झोने की पराली नूं साड़न विरुद्ध विढ़ी गई विशाल जागरूकता मुहिम कारण ही संभव होया। लुधियाना के प्रताप चौक नजदीक एक स्कूटरी सवार एक बजुर्ग महिला की टिप्पर की चपेट में आउण नाल मौत होने की खबर है। घटना तो बाद टिप्पर चालक मौके तो टिप्पर नूं छड्ड के फरार हो गया। मौके ते पहुंची पुलिस ने टिप्पर नूं कब्जे च लैके मामले की जांच शुरू कर दी है। जगत गुरु श्री गुरु नानक देव जी के 553वें प्रकाश पुरब ते रौनकां दे दृश्य पवित्र नगरी सुल्तानपुर लोधी विच लखां की तादाद विच श्रद्धालु देशां विदेशां विचों श्री बेर साहिब विच नतमस्तक होने लई पहुंच रहे हैं। इस मौके सुल्तानपुर लोधी के सिविल प्रशासन ते पुलिस प्रशासन वालों पुख्ता प्रबंध किए गए सन। किसी भी श्रद्धालु नूं किसी भी किस्म की कोई भी परेशानी पेश नहीं आउण दित्ती जाए। सिख धर्म के पहले गुरु श्री गुरु नानक देव जी के प्रकाश पुरब नूं समर्पित स्थानक पिंड रहीमे के विखे समूह साध संगत वालों प्रभात फेरी कढ़ी गई। प्रभात फेरी गुरुद्वारा साहिब तो शुरू होकर पिंड दी गलियां ते फिरनी तो हुंदी होई गुरुद्वारा साहिब विच जाके समाप्त हुई। प्रभात फेरी विच वड्डी गिनती विच इकट्ठा होईयां संगतां ने गुरु जी के शब्द गाए। पंजाब विच पिछले कुछ दिनों तो डेंगू के केसां विच तेजी नाल वाधा होया है। सूबे के 17 जिलों में 273 नवे मामले सामने आए हैं। इस तो इलावा पिछले 24 घंटिया में डेंगू नाल 2 शक्की मरीजों की मौत हुई है। हालांकि सेहत विभाग के आंकड़े डेंगू नाल हुण तक 5 मौतां ही दसदे ने। सब तो वध 49 डेंगू के मामले पटियाला जिले च सामने आए हैं। इस तो बाद मोहाली जिले च 39 मामले सामने आए। भारत जोड़ो यात्रा दरमियान एक दुख भरी खबर सामने आई है। यात्रा दौरान एक कांग्रेसी नेता का देहांत हो गया। मृतक नेता की पछाण सेवा दल के सकत्तर जनरल कृष्णकांत पांडे के रूप में हुई है। कांग्रेसी नेता जयराम रमेश ने इस गल की पुष्टि की। उन्होंने कहा कि अज यात्रा दौरान आखिरी समय च उन्होंने हत्थां च तिरंगा फड़िया होया सी। हालांकि कुछ समय बाद उन्होंने पार्टी के एक होर सहयोगी नूं तिरंगा सौंप दिता ते इस मगरों वो डिग पए, जिस तो बाद उन्होंने एंबूलेंस तो हस्पताल जाया गया जिथे उन्होंने मौत हो गई। जम्मू कश्मीर के गुलमर्ग रिजॉर्ट विच भारी बर्फबारी हुई है, जिस नाल पूरा इलाका बर्फ की सफेद चादर नाल ढकिया गया। केंद्र शासित प्रदेश के वधेरे हिस्सों में बर्फबारी ते मींह पैण नाल दिन के तापमान में गिरावट दर्ज की गई। अधिकारियों ने दस्सिया कि वादी विच बर्फबारी के नतीजे वजों सैलानियों में उत्साह देखने को मिल रहा है। श्रोमणी गुरुद्वारा प्रबंधक कमेटी का जनरल इजलास भलके 9 नवंबर को हो रही सारियां तैयारियां मुकम्मल हो चुकियां ने ते आम इजलास दोपहर 1 बजे तेजा सिंह समुंदरी हाल में होएगा। इस दौरान कमेटी मैंबर प्रधान, सीनियर उप प्रधान, यूनियन उप प्रधान, जनरल सकत्तर ते अंतरिम कमेटी के मैंबरों की चोण की जाएगी। श्रोमणी गुरुद्वारा प्रबंधक कमेटी का जनरल इजलास 9 नवंबर को हो रहा है, जिस संबंधी सारियां तैयारियां मुकम्मल हो चुकियां ने। आम इजलास दोपहर 1 बजे तेजा सिंह समुंदरी हाल में होएगा, जिस विच कमेटी के मैंबर प्रधान, सीनियर मीत प्रधान, यूनियन मीत प्रधान, जनरल सकत्तर ते अंतरिम कमेटी के मैंबरों की चोण होगी। इस मीटिंग की अगवाई श्रोमणी अकाली दल के प्रधान सुखबीर बादल करनगे। मार्च महीने में बजट ते नवंबर में जनरल इजलास के मौके ते मैंबर इकट्ठे होकर कौमी मसलियां ते भी अपनी राय देंगे। लुधियाना की केंद्रीय जेल उस वेले फिर सुर्खियां च आ गई जदों जेल अंदर रोटी के समय कैदियों का आपस में झगड़ा हो गया।
ਜਾਣਕਾਰੀ ਮੁਤਾਬਿਕ ਜੇਲ੍ਹ 'ਚ ਆਪਣੇ ਬੱਚਿਆਂ ਨੂੰ ਮਿਲਣ ਆਏ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਜੇਲ੍ਹ 'ਚ ਆ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਕੈਦੀਆਂ ਦੀ ਪਹਿਲਾਂ ਆਪਸ ਵਿੱਚ ਲੜਾਈ ਹੋਈ ਸੀ ਤੇ ਫਿਰ ਰੋਟੀ ਖਾਣ ਵੇਲੇ ਮੁੱਲ ਲੜਾਈ ਹੋ ਗਈ। सीबीआई ने पश्चिमी बंगाल भर्ती घोटाले च साबका मंत्री पार्थ चैटर्जी ते कई होरनां विरुद्ध चार्जशीट दाखिल की है। चार्जशीट च 16 लोगों को नामजद किया गया है ते पार्थ चैटर्जी नूं घोटाले का मास्टरमाइंड करार दिता है। इस तो पहला इनफोर्समेंट डायरैक्टोरेट ने भी चार्जशीट दाखिल की सी। मजेदार गल यह है कि किसी भी एजेंसी ने भर्ती घोटाले च सूबे दी उच्च लीडरशिप नूं नहीं घसीटिया जिथे 50 करोड़ रुपए तो वध दी नकदी बरामद हुई। संयुक्त राष्ट्र ब्यूरो दुनिया की आबादी लगातार बढ़ रही है। संयुक्त राष्ट्र मुताबिक अगला हफ्ता मनुखता लई महत्वपूर्ण मील पत्थर साबित होगा। अजिहा इसलिए क्योंकि अगले हफ्ते दुनिया की आबादी 8 अरब नूं पार कर जाएगी। संयुक्त राष्ट्र आबादी विभाग ने कहा कि आबादी का वाधा आने वाले दहाकिਆਂ तक जारी रहेगा। कनेडा वसदे पंजाबियों ने उच्चे अहुदिਆਂ ते पहुंच के भाईचारे ते देश का मान वधाया। हुण पंजाब के फगवाड़ा के करनल का पुत्र कनेडा विच मेयर बनिया। भारत का नाम रोशन करने वाले सुरिंदरपाल राठौर ने सकारात्मक सोच ते दृढ़ इरादे नाल विलियम लेक सिटी के मेयर का अहुदा हासिल किया। अपने 22 साल के सियासी तजर्बे नूं जारी रखने तो बाद वो मेयर के अहुदे ते पहुंचे ने। सिंगापुर के हस्पतालों में काम के बोझ नूं घट करने लई जिन्हां 5 देशों तो मुख्य तौर पर विदेशी योग डॉक्टरों नूं सद्दिया जांदा है उन्हां विच भारत भी शामिल है। सिंगापुर की संसद च यह जानकारी दी गई है। सीनियर सेहत राज मंत्री जनिल पुथुचैरी ने कहा कि सिंगापुर में जिन्हां देशों तो डॉक्टरों नूं लिआया जांदा उन्हां विच भारत, मलेशिया, म्यांमार, फिलीपीन ते ब्रिटेन मुख ने। न्यूजीलैंड के इतिहास में हुण तक की सब तो वड्डी घातक गोलीबारी दे विच 51 मुसलमानों का कतल करने वाले व्यक्ति ने अपनी दोष सिद्धि और सजा विरुद्ध अपील दायर की है। न्यूजीलैंड की अपील कोर्ट ने पुष्टि की है कि बंदूकधारी ब्रेंटन टेरेंट ने पिछले हफ्ते एक अपील दायर की थी। अदालत ने कहा कि मामले की सुनवाई की तारीख अजे तय होना बाकी है। पाकिस्तान तहरीक इंसाफ पार्टी के सीनियर नेता वफाद चौधरी ने कहा कि पार्टी का लॉन्ग मार्च बुधवार को फिर तो शुरू होगा। इस मार्च को पिछले हफ्ते पार्टी मुखी इमरान खान ते होए जानलेवा हमले तो बाद मुलतवी कर दिता गया सी। साबका सूचना मंत्री ते पार्टी के सीनियर मीत प्रधान चौधरी ने एक ट्वीट च कहा कि पार्टी का लॉन्ग मार्च स्थानक समय अनुसार दोपहर की बजाय बुधवार को फिर तो शुरू होगा। उत्तरी ब्राजील के राजपारा विच एक मिनी बस के एमाजोन नदी विच डिगन कारण परिवार के 4 मैंबरों ते एक दोस्त की मौत हो गई है। एक नौजवान अजे भी लापता। अधिकारियों ने स्थानक मीडिया को दस्सिया कि सेंटारम शहर वाल जा रही मिनी बस नदी नूं पार करने लई किश्ती ते चढ़न की तैयारी कर रही थी, जिस कारण यह हादसा वापर गया। तेलंगाना मास्टर 2022 का आयोजन 9 तो 12 नवंबर तक हैदराबाद गोल्फ एसोसीएशन ते प्रोफेशनल गोल्फ टूर ऑफ इंडिया के सहयोग के नाल होवेगा। प्रबंधकों ने यह जानकारी दिंदे दस्सिया कि 40 लाख रुपए की इनामी राशि वाले टूरनामेंट विच 121 पेशेवर और 4 शौकीन गोल्फर हिस्सा लेंगे। भारतीय किसान मोर्चा के कौमी प्रधान गुरनाम चरूनी ने सरकार को चेतावनी दी है कि जेकर किसान अंदोलन दौरान किसानों ते कीते गए केस वापस नहीं ले गए तो 24 नवंबर को सूबे भर में रेल रोक के रोस प्रदर्शन किया जाएगा। सरकार ने किसानों दी मंगां नाल धोखा किया। जिहड़ियां मंगां नूं जल्दी मनण की गल कही गई सी, उन्हां अंदोलन खत्म होने तो बाद 1 साल बीत जाने तो बाद भी उन्हां नूं नहीं मन्निया गया। चरूनी सोमवार नूं छोटे सतरत कंपलैक्स विच धरनारत जुआ पिंड के लोगों का समर्थन करने लई पहुंचे हुए सन। हरियाणा के फरीदाबाद च एक 11 साल के बच्चे की नाले च डिगण नाल मौत हो गई है। बच्चा एयरफोर्स रोड स्थित अपने घर नेड़े शाम नूं खेड रहा सी कि अचानक वह नाले विच डिग गया ते डूब के उसकी मौत हो गई है। बच्चे के परिवार वाले नगर निगम ते लापरवाही का दोष लगा रहे हैं। फिलहाल स्पीड न्यूज़ विच बस इन्ना ही। मैनूं दिओ इजाजत। धन्नवाद।